ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਮੈਂ ਹਾਂ ਨੇਹਾ ਸ਼ਰਮਾ ਔਰ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ ਲਾਈਵ। ਔਰ ਕਰੋਨਾ ਲਗਾਤਾਰ ਇਸ ਦੇ ਕੇਸਿਸ ਵਧਦੇ ਜਾ ਰਹੇ ਨੇ, ਲੇਕਿਨ ਅੱਛੀ ਖਬਰ ਹੈ ਕਿ ਹੁਣ ਕਰੋਨਾ ਦੇ ਕੇਸਿਸ ਜਿਹੜੇ ਨੇ ਘਟਨੇ ਵੀ ਸ਼ੁਰੂ ਹੋ ਚੁੱਕੇ ਨੇ। ਲੇਕਿਨ ਇੱਕ ਹੋਰ ਬਿਮਾਰੀ ਜਿਹੜੀ ਹੈਗੀ ਹੈ ਬਲੈਕ ਫੰਗਸ, ਉਹ ਵੀ ਹੁਣ ਦਸਤਕ ਦੇ ਚੁੱਕੀ ਹੈ ਔਰ ਇਸ ਦੇ ਵੀ ਬਹੁਤ ਜ਼ਿਆਦਾ ਫੈਕਟਸ ਨੇ, ਮਿਥਸ ਨੇ ਕਿ ਇਸ ਦੇ ਨਾਲ ਕੀ ਕੁਝ ਹੋ ਰਿਹਾ ਹੈ। ਔਰ ਜਿੰਨੇ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ, ਜਿੰਨੇ ਵੀ ਤੁਹਾਡੇ ਜਿਹੜੇ ਹੈਗੇ ਨੇ ਸ਼ੰਕੇ ਨੇ, ਉਹਨਾਂ ਨੂੰ ਦੂਰ ਕਰਨ ਦੇ ਲਈ ਆਪਾਂ ਅੱਜ ਇੱਕ ਡਾਕਟਰ ਕੋਲ ਪਹੁੰਚੇ ਹੈਗੇ ਆ, ਡਾਕਟਰ ਅਸ਼ੋਕ ਗੁਪਤਾ। ਔਰ ਉਹਨਾਂ ਤੋਂ ਹੀ ਜਾਣਦੇ ਹੈਗੇ ਆ ਕਿ ਇਹ ਬਿਮਾਰੀ ਹੈ ਕੀ ਹੈ ਔਰ ਇਸ ਨੂੰ ਘਰ ਦੇ ਵਿੱਚ ਹੀ ਠੀਕ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ, ਔਰ ਕੀ ਕੁਝ ਹੋਰ ਆંકੜੇ ਇਸ ਦੇ ਨਾਲ ਜੁੜੇ ਹੋਏ ਨੇ। ਡਾਕਟਰ ਗੁਪਤਾ, ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੋ ਬਲੈਕ ਫੰਗਸ ਬਿਮਾਰੀ ਹੈਗੀ ਹੈ, ਕੀ ਇਹ ਪਹਿਲੇ ਤੋਂ ਐਗਜ਼ਿਸਟ ਕਰ ਰਹੀ ਹੈਗੀ ਸੀ ਜਾਂ ਕਰੋਨਾ ਤੇ ਹੁਣ ਦੇ ਸਾਈਡ ਇਫੈਕਟ ਜਿਹੜੇ ਨੇ ਉਹ ਸਾਹਮਣੇ ਆਏ ਹੈਗੇ ਨੇ? थैंक यू वेरी मच। देखो, ब्लैक फंगस का एक्चुअल नाम है म्यूकरमाइकोसिस और म्यूकरमाइकोसिस इज नॉट अ ओल्ड, ये बहुत पुरानी बीमारी है। फर्स्ट टाइम डायग्नोज हुई थी समवेयर 18th सेंचुरी में, किंतु नंबर ऑफ केसेस घट सी गए। इसका भी कभी भी म्यूकरमाइकोसिस फ्रंट लाइन में नहीं आ सकी। हम जब पीजीआई में थे, हम 15 से 20 केस साल में देखते थे, किंतु कोविड होने के बाद सडनली हमने देखना शुरू किया कि नंबर ऑफ केसेस ਵਧਦੇ ਜਾ ਰਹੇ ਨੇ। ਐਕਚੁਅਲੀ ਜੇ ਅਸੀਂ ਡੈਪਥ 'ਚ ਜਾ ਕੇ ਦੇਖੀਏ, ਮਿਊਕਰਮਾਈਕੋਸਿਸ ਉਨ ਪੇਸ਼ੈਂਟ ਨੂੰ ਹੁੰਦੀ ਸੀਗੀ ਜਿਨ੍ਹਾਂ ਨੂੰ ਇਮਿਊਨੋ ਕੰਪਰੋਮਾਈਜ਼ਡ ਹੋਣ, ਅਨਕੰਟਰੋਲ ਡਾਇबिटीज ਹੋਣ, ਜਾਂ पेशेंट ਜਿਹਨੂੰ हेमाटोलॉजिकल मैलिग्नेंसीज हों, या वो पेशेंट्स जिनको ट्रांसप्लांट हुआ हो। ओवरऑल अगर आपका इम्यून सिस्टम घट हैगा, यू आर प्रोन कि ਤੁਹਾਨੂੰ म्यूकरमाइकोसिस होएगा। नाउ व्हाट हैज हैपेंड नाउ, अब कोविड हुआ, कोविड के अंदर पेशेंट्स डायबिटिक थे, अनकंट्रोल्ड डायबिटीज सी। व्हेन दे वर इनटू हॉस्पिटल, उथे स्टीरॉयड लिते, स्टीरॉयड के नाल डायबिटिक स्टेटस खराब हो गया, सो स्टीरॉयड बिकेम अनदर प्रीडिस्पोजिंग फैक्टर। नेक्स्ट ठीक है कि इम्यून सिस्टम खत्म हो गया, थोड़ी इम्यूनिटी खत्म हो गई। सो दिस वाज द थर्ड फैक्टर विच वाज इंपॉर्टेंट। प्रोलॉन्ग्ड हॉस्पिटलाइजेशन, ये चौथा फैक्टर सीगे। जिथे एक फैक्टर सीगा म्यूकर दे रहा सीगा, उन कंबीनेशन ऑफ मल्टीपल फैक्टर्स इज कॉजिंग म्यूकर, इस करके इंसिडेंस बढ़ गया। ਇਸ ਨਾਲ ਹੋ ਕੀ ਰਿਹਾ ਹੈ? ਕਿਉਂਕਿ ਕਰੋਨਾ ਤੋਂ ਵੈਸੇ ਲੋਕ ਬਹੁਤ ਡਰੇ ਹੋਏ ਨੇ। ਹੁਣ ਇੱਕ ਨਵੀਂ ਬਿਮਾਰੀ ਜਿਹੜੀ ਆ ਰਹੀ ਹੈਗੀ ਹੈ, ਜਿਹੜੀ ਤੁਸੀਂ ਕਹਿ ਰਹੇ ਹੋ ਆਫ ਕੋਰਸ ਨਵੀਂ ਨਹੀਂ ਹੈਗੀ, ਲੇਕਿਨ ਉਸਦੇ ਹੁਣ ਕੇਸਿਸ ਵਧਨੇ ਸ਼ੁਰੂ ਹੋ ਗਏ ਨੇ। ਸੋ ਲੋਕਾਂ ਨੂੰ ਹੁਣ ਡਰ ਤੇ ਆਫ ਕੋਰਸ ਜਿਹੜਾ ਹੈ ਉਹ ਹੈ ਹੀ ਹੈ, ਲੇਕਿਨ ਉਹ ਡਰ ਤੋਂ ਹੁਣ ਉਭਰਨ ਕਿੱਦਾਂ? ਇਸ ਨੂੰ ਇਸ ਦੇ ਵਿੱਚ ਹੁੰਦਾ ਕੀ ਹੈਗਾ? ਅਗਰ ਲੋਕਾਂ ਨੇ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਸਮਝਣਾ ਹੋਏ ਕਿ ਹੁੰਦਾ ਕੀ ਹੈਗਾ ਜਦੋਂ ਬਲੈਕ ਫੰਗਸ ਹੋ ਜੇ ਕਿਸੇ ਕੋਵਿਡ ਪੇਸ਼ੈਂਟ ਨੂੰ? ਸਭ ਤੋਂ ਇੰਪੋਰਟੈਂਟ ਗੱਲ ਹੈਗੀ ਜੀ, ਡਰਨ ਦੀ ਲੋੜ ਨਹੀਂ ਹੈਗੀ। काफ़ी जगह ये न्यूज़ हैगी कि अगर ब्लैक फंगस या म्यूकरमाइकोसिस, विच इज़ द करेक्ट टर्मिनोलॉजी, ये ब्लैक फंगस होगी तो मर जाओगे। ऐसा गलत है, ये ऐसा नहीं है। हम ब्लैक फंगस से बच भी सकते हैं, और जो कॉम्प्लिकेशंस हैं जैसे कि आई कॉम्प्लिकेशन हैगी, ब्रेन कॉम्प्लिकेशन, इन्होंने काफ़ी हद तक असी रिड्यूस कर सकते हैं। की ऑफ ट्रीटमेंट इज़ अर्ली डायग्नोसिस। जे तुहाडा डायग्नोसिस चंगा हैगा, अगर डायग्नोसिस करेक्ट हो गया और अर्ली हो गया, 80% पेशेंट्स बचाए जा सकते हैं, जो बहुत अच्छी फिगर है। इस करके पैनिक होने की लोड़ नहीं हैगी। फंगस ट्रीटेबल प्रॉब्लम है, ਇਹਦੇ ਨਾਲ ਡੈਥ ਨਹੀਂ ਹੋਏਗੀ। ਓਕੇ, ਸੋ ਮੈਨੂੰ ਇਹ ਦੱਸੋ ਕਿ ਕੋਵਿਡ ਪੇਸ਼ੈਂਟਸ ਦੇ ਵਿੱਚ ਹੀ ਹੁਣ ਜ਼ਿਆਦਾ ਹੋ ਰਹੇ ਨੇ ਜਿਹੜੇ ਹੁਣ ਕੇਸਿਸ ਵਧਨੇ ਸ਼ੁਰੂ ਹੋਏ ਨੇ, ਜਾਂ ਨਾਨ ਕੋਵਿਡ ਪੇਸ਼ੈਂਟਸ ਦੇ ਵਿੱਚ ਪਹਿਲਾਂ ਤਾਂ ਹੋ ਹੀ ਰਹੇ ਸੀ, ਲੇਕਿਨ ਡਿਫਰੈਂਸ਼ੀਏਸ਼ਨ ਕੀ ਹੈ ਕਿ ਕੋਵਿਡ ਪੇਸ਼ੈਂਟਸ ਨੂੰ ਜ਼ਿਆਦਾ ਹੋ ਰਹੇ ਨੇ? ਔਰ ਕਿਹੜੇ ਫੈਕਟਰਸ ਹੁੰਦੇ ਨੇ ਕਿ ਕੋਵਿਡ ਪੇਸ਼ੈਂਟ ਜੇ ਕੋਈ ਹੈਗਾ ਤੇ ਉਸ ਨੂੰ ਬਲੈਕ ਫੰਗਸ ਵੀ ਹੋ ਸਕਦਾ ਹੈਗਾ? देखिए, इंसिडेंस अगर गल करिए 10 ਤੋਂ 15 पेशेंट पर ईयर, और आजकल ओपीडी के अंदर 5 ਤੋਂ 6 पेशेंट पर डे आ रहे हैं। कुछ पेशेंट एमरजेंसी च आ रहे हैं, कुछ पेशेंट जो डायग्नोज होने शुरू हो गए, अब बेटर डायग्नोसिस। अगर सबनों कंबाइन करिए तो इंसिडेंस बहुत बढ़ गया है, और सानू उसी वक्त एज अर्ली एज पॉसिबल इनू ख्याल रखना पड़ेगा ताकि ਵਧੇ ਨਾ। ਤੇ ਕੀ ਖਿਆਲ ਰੱਖਣ ਦੀ ਲੋੜ ਹੈ ਜਦੋਂ ਕੋਵਿਡ ਪੇਸ਼ੈਂਟ ਅਗਰ ਉਸ ਨੂੰ ਬਲੈਕ ਫੰਗਸ ਹੁੰਦਾ ਹੈ? ਸੋ ਕਿਉਂਕਿ ਇਸ ਦੇ ਉੱਤੇ ਇੰਨਾ ਲਿਟਰੇਚਰ ਹੁਣ ਆਮ ਜਨਤਾ ਦੇ ਵਿੱਚ ਮੌਜੂਦ ਨਹੀਂ ਹੈ, ਸੋ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਕਿ ਇਹ ਬਲੈਕ ਫੰਗਸ ਦੀ ਨਿਸ਼ਾਨੀ ਹੈਗੀ ਹੈ, ਮੈਨੂੰ ਹੁਣ ਡਾਕਟਰ ਦੇ ਕੋਲ ਇਸ ਸਮੇਂ ਜਾਣਾ ਹੀ ਚਾਹੀਦਾ? ਜੇ ਤੁਸੀਂ ਮੇਰੀ ਰਾਏ ਮੰਨੋ, ਸਾਡੇ ਕੋਲ 2 ਟਾਈਪ ਦੇ ਪੇਸ਼ੈਂਟਸ ਹੈਗੇ ਜਿਨ੍ਹਾਂ ਨੂੰ ਕੋਵਿਡ ਹੋਇਆ।
ਅਸੀਂ ਇਹਨਾਂ ਨੂੰ ਕੈਟਾਗਰਾਈਜ਼ ਕਰੀਏ ਹਾਈ ਰਿਸਕ ਪੇਸ਼ੈਂਟ ਐਂਡ ਲੋ ਰਿਸਕ ਪੇਸ਼ੈਂਟ। ਲੋ ਰਿਸਕ ਕੌਣ ਹੈ? ਜਿਨ੍ਹਾਂ ਨੂੰ ਇਹ ਘਰ 'ਚ ਠੀਕ ਹੋ ਗਏ, Okay. ਹਸਪੀਟਲ ਰਿਕੁਆਇਰਮੈਂਟ ਨਹੀਂ ਸੀਗੀ, ਆਕਸੀਜਨ ਦੀ ਲੋੜ ਨਹੀਂ ਪਈ, ਵੈਂਟੀਲੇਟਰ ਦੀ ਲੋੜ ਨਹੀਂ ਪਈ, ਹੈਲਦੀ ਹੈਗੇ ਔਰ ਜਲਦੀ ਠੀਕ ਹੋ ਗਏ। ਸੋ ਇਹਨਾਂ ਨੂੰ ਰਿਸਕ ਨਹੀਂ ਹੈਗਾ ਫੰਗਸ ਦਾ। ਫੰਗਸ ਦਾ ਰਿਸਕ ਇਹਨੂੰ ਹੈ ਜਿਨ੍ਹਾਂ ਨੂੰ ਅਨਕੰਟਰੋਲ ਡਾਇबिटीज है। Hmm. एज आई हैव सीन कि क्राइटेरिया नहीं रहा, हम यंगर पेशेंट्स में भी म्यूकरमाइकोसिस देख रहे हैं, पर एल्डरली एज डेफिनेटली एक रिस्क फैक्टर है। पेशेंट जो इम्यूनो कॉम्प्रोमाइज हो गए, जितने नंबर ऑफ अंडरलाइन कॉज मोर देन 3 है, जैसे प्रोलॉन्ग हॉस्पिटलाइजेशन है, जिन्होंने वेंटिलेटर की लोड़ पै गई, जिन्हों की डायबिटीज ब्लड शुगर्स बहुत आई ने, और किसी बीमारी की दवाई ले रहे हैं, जिथे मल्टीपल प्रीडिस्पोजिंग फैक्टर है, वो हाई रिस्क पेशेंट हो गए। किद्दां घटानियां, जिद्दां वेरी राइट क्वेश्चन यू आस्क्ड कि किद्दां लोकां नूं अवेयर करना है। मेरे हिसाब नाल जो हाई रिस्क पेशेंट्स हैं, ये सारे हाई रिस्क पेशेंट्स नूं असीं सिंपल नेजल एंडोस्कोपी करिए, Okay. दूरबीन राਹੀਂ नेजल कैविटी देखिए, ਇਹਨਾਂ ਨੂੰ ਕੀ ਦਿਖੇਗਾ ਕਿ ਬਲੈਕਨਿੰਗ ਹੋਏਗੀ। ਫਸਟ, ਫੰਗਸ ਕਦੇ ਵੀ 에ਅਰਬੋਰਨ ਨਹੀਂ ਹੈਗਾ, Okay. ਇਹ ਡਾਇਰੈਕਟ ਇੰਪਲਾਂਟ ਹੁੰਦਾ ਹੈ, ਇਸ ਕਰਕੇ ਡਰਨ ਦੀ ਲੋੜ ਨਹੀਂ ਹੈ। ਮਤਲਬ ਇਹ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਕੋਵਿਡ ਜਿਸ ਤਰੀਕੇ ਦੇ ਨਾਲ ਕਮਿਊਨੀਕੇਬਲ ਤੇ ਇਨਫੈਕਸ਼ੀਅਸ ਹੈਗਾ, ਬਲੈਕ ਫੰਗਸ ਉਦਾਂ ਦਾ ਨਹੀਂ ਹੈਗਾ, ਇਟਸ ਨਾਟ ਕਮਿਊਨੀਕੇਬਲ। ਜੀ ਬਿਲਕੁਲ करेक्ट कि इट्स नॉट कम्युनिकेबल, इस करे डरन की लोड़ नहीं हैगी। ਠੀਕ ਹੈ। नंबर 2, अगर एक डायग्नोस्टिक टेस्ट किया जाए सारे पेशेंट के, स्क्रीनिंग टेस्ट विच इज वेरी इजी, कि हम ओपीडी के अंदर एक दूरबीन डाल के देखें, हम नाक की स्टेटस देख के बता सकते हैं कि ये प्रीडिस्पोज कर रहा है या अर्लीयर स्टेज में है। इन पेशेंट्स को 0% मॉर्टेलिटी होगी और 0% मॉर्बिडिटी होगी, ਠੀਕ ਹੈ। क्योंकि हम अर्ली ट्रीट कर सकते हैं। ਠੀਕ ਹੈ। ਔਰ ਡਾਕਟਰ ਇੱਕ ਹੋਰ ਚੀਜ਼ ਸੀ ਕਿ ਕਾਫੀ ਜ਼ਿਆਦਾ ਇੰਸੀਡੈਂਟਸ ਜਿਹੜੇ ਨੇ ਜਾਂ ਲੋਕਾਂ ਦੇ ਵਿੱਚ ਜੋ ਡਰ ਹੈਗਾ ਕਿ ਇਸ ਦੇ ਨਾਲ ਆਈਸਾਈਟ ਚਲੀ ਜਾਂਦੀ ਹੈ ਜਾਂ ਬ੍ਰੇਨ ਦੇ ਉੱਤੇ ਅਸਰ ਪੈ ਰਿਹਾ ਹੈਗਾ ਹੈ। ਸੋ ਐਗਜ਼ੈਕਟਲੀ ਅਗਰ ਬਲੈਕ ਫੰਗਸ ਹੋ ਜਾਂਦਾ, ਟਰੀਟੇਬਲ ਨਾ ਹੋ ਪਾਏ, ਸੋ ਕੀ ਕੁਝ ਜਿਹੜੀਆਂ ਚੀਜ਼ਾਂ ਨੇ ਜਾਂ ਕੀ ਕੁਝ ਬਿਮਾਰੀਆਂ ਨੇ ਤੁਹਾਡੇ ਨਾਲ ਹੋ ਜਾਂਦੀਆਂ, ਕੀ ਇਹ ਫੈਕਟ ਹੈਗਾ ਜਾਂ ਮਿਥ ਹੈ ਕਿ ਆਈਸਾਈਟ ਚਲੀ ਜਾਂਦੀ ਹੈ ਤੁਹਾਡੀ, ਤੁਹਾਨੂੰ ਦਿਖਣਾ ਬੰਦ ਹੋ ਜਾਂਦਾ ਹੈ? नहीं, ये मिथ नहीं है, ये फैक्ट है हम्म। कि आईसाइट जा सकती है। इसमें 3 इंपॉर्टेंट चीजें हैं। अगर हम इसको कैटेगराइज करें, इस टाइप की कोई क्लासिफिकेशन अभी तक वर्ल्ड में नहीं है। अगर हम कहें कि नेजल प्रेजेंटेशन या ओरल प्रेजेंटेशन कि अर्लीस्ट हमने पकड़ लिया कि अभी नाक तक ही पहुंचा है या ओरल कैविटी में है, तो हमारी विजन भी बच जाएगी, हमारी आंख भी बच जाएगी और डेथ भी नहीं होगी। ਪਰ ਇਹ ਡਾਇਗਨੋਸਿਸ ਜਿਹੜੇ ਨੇ ਇਹ ਤੁਹਾਨੂੰ ਆਫ ਕੋਰਸ ਹਸਪੀਟਲ ਜਾਣਾ ਪਏਗਾ, ਘਰ ਤੇ ਨਹੀਂ ਹੋ ਸਕਦੇ ਸਾਰੇ। नहीं, घर तो नहीं पॉसिबल। हाँ। सिंपल 3 टेस्ट हॉस्पिटल में हो सकते हैं। सबसे पहले डायग्नोस्टिक एंडोस्कोपी, जो सबसे इंपॉर्टेंट है। हाँ। नंबर 2, अगर हम वहां से स्वैब ले लें या स्क्रैपिंग ले लें, उसको KOH का सॉल्यूशन बना के खुद माइक्रोस्कोप में देख लो, आपका डायग्नोसिस 90% करेक्ट होगा। ओके। अगर हमें लगे डिजीज एडवांस्ड है तो CT स्कैन या MRI, डिपेंडिंग अपॉन कि कितनी एक्सटेंट है, उससे हम देख सकते हैं। ठीक है। अगर मैं थोड़ा पहला क्वेश्चन जवाब देवां कि अख दा रिस्क, ਅੱਖ ਦੇ ਅਤੇ ਨੱਕ ਦੇ ਵਿੱਚ एक कॉमन वॉल्व है ਜਿਹਨੂੰ ਕਹਿੰਦੇ लमाइना पेप्रेशिया। अगर उसके अंदर फंगस होने से वो डिस्ट्रॉय हो गई, क्योंकि फंगस लोकल एरिया को डिस्ट्रॉय कर देगा, नेक्रोटिक कर देगा, तो आंख में फंगस जाएगी। अगर आंख में एक मसल होता है मीडियल रेक्टस मसल, अगर मीडियल रेक्टस इन्वॉल्व नहीं हुआ, हम आंख बचा सकते हैं। तो वो केसेस में भी आंख बच सकती है सर्जरी से, जिसमें एक्सटेंसिव डिजीज नहीं हुई। अगर आई पुतली इन्वॉल्व हो गई तो आंख निकालनी पड़ सकती है। क्यों निकालनी पड़ सकती है? कि आंख के ऑर्बिटल एपेक्स होता है जहां आंख अटैच होती है, अगर फंगस वहां तक चली गई तो वो ब्रेन में जाएगी, ब्रेन में जाएगी तो 20% पेशेंट्स की मोर्टेलिटी होगी। ਠੀਕ ਹੈ। ਓਕੇ। ਇੱਕ ਹੋਰ ਚੀਜ਼ ਜੋ ਮੈਂ ਤੁਹਾਡੇ ਨਾਲ ਪਹਿਲੇ ਵੀ ਡਿਸਕਸ ਕਰ ਰਹੀ ਸੀ ਕਿ ਕੋਵਿਡ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਾਫੀ ਜ਼ਿਆਦਾ ਫੈਕਟਰਸ ਹੈਗੇ ਸੀ, ਪ੍ਰੋਲੌਂਗਡ ਹਸਪੀਟਲਾਈਜੇਸ਼ਨ ਜਾਂ ਹੋਰ ਵੀ ਸਟੀਰੋਇਡਸ ਦਾ ਯੂਜ਼, ਉਸ ਦੇ ਨਾਲ ਡਾਕਟਰ ਕਮਿਊਨਿਟੀ ਪਹਿਲੇ ਐਂਟੀਸਿਪੇਟ ਕਰ ਰਹੀ ਸੀ ਕਿ ਬਲੈਕ ਫੰਗਸ ਵਰਗੀ ਡਿਜ਼ੀਜ਼ਸ ਨੇ ਉਹ ਵਧਣਗੀਆਂ। ਸੋ ਹੋਰ ਵੀ ਕੁਝ ਇਹੋ ਜਿਹੀਆਂ ਡਿਜ਼ੀਜ਼ਸ ਨੇ ਜੋ ਤੁਹਾਨੂੰ ਲੱਗ ਰਿਹਾ ਜੋ ਇੱਕ ਡਾਕਟਰ ਕਮਿਊਨਿਟੀ ਫਰੈਟਰਨਿਟੀ ਹੁਣ ਐਂਟੀਸਿਪੇਟ ਕਰ ਰਹੀ ਹੈ ਕਿ ਹੋਰ ਵੀ ਹੋ ਸਕਦਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ? देखिए, जब आपका इम्यून सिस्टम खराब होगा हाँ। तो सेकेंडरी इन्फेक्शंस होंगी। ठीक है। अब जैसे लंग में लीजन्स होते हैं,
सो हो सकता है कि लंग्स चेंजेस हो, फाइब्रोसिस हो, उसके अकॉर्डिंगली प्रेजेंटेशंस आए, कार्डियक प्रॉब्लम्स आ सकती हैं। सबसे दो चीज़ें होंगी, एक तो बीमारी की प्रॉब्लम्स और एक दवाइयों की प्रॉब्लम। अब जैसे ड्रग ऑफ चॉइस एम्फोटेरिसिन बी है, लाइपोसोमल एम्फोटेरिसिन बी, इसके अपने साइड इफेक्ट होते हैं। ये बहुत बड़ी रीनल टॉक्सिक है, मतलब किडनीज को खराब करेगी। तो हमें एक देखना होगा कि जुडिशियस यूज ऑफ मेडिसिन क्या है, जिथे पेशेंट भी ठीक हो जाए और हम ਸਾਈਡ ਇਫੈਕਟ ਵੀ ਬਚਾ ਸਕੇ। ਠੀਕ ਹੈ, ਔਰ ਸਾਈਡ ਇਫੈਕਟ ਤੋਂ ਬਚਣ ਦੇ ਲਈ ਇੱਕ ਹੋਰ ਚੀਜ਼ ਅਗਰ ਤੁਸੀਂ ਲੋਕਾਂ ਨੂੰ ਦੱਸ ਸਕੋ, ਸਾਡੇ ਦਰਸ਼ਕਾਂ ਨੂੰ ਵੀ, ਕਿ ਕਿਸ ਤਰੀਕੇ ਦੇ ਨਾਲ ਘਰ ਬੈਠ ਕੇ ਉਹ ਟਰੀਟ ਕਰ ਸਕਦੇ ਨੇ, ਚਾਹੇ ਉਹ ਮੈਡੀਸਿਨਲ ਯੂਸੇजेस ਹੋਣ ਜਾਂ ਆਯੁਰਵੇਦਾ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਇਲਾਜ ਹੈਗਾ ਹੈ, ਜਾਂ ਕੋਈ ਹੋਰ ਚੀਜ਼ਾਂ ਜਿਸ ਤਰੀਕੇ ਦੇ ਨਾਲ ਆਪਾਂ ਨੂੰ ਟਰੀਟ ਕਰ ਸਕਦੇ ਹੈਗੇ ਆ। देखिए, सबसे इम्पोर्टेंट दो तीन चीज़ें मैं हाईलाइट करना चाहूँगा कि एक नॉर्मल टेंडेंसी होती है कि जुकाम हो गया, रनिंग नोज है और आप अनकंफर्टेबल हो, हम एक कुछ नेजल डिकंजेस्टेंट ड्रॉप्स यूज़ कर सकते हैं या हम एंटीहिस्टामिनिक यूज़ कर सकते हैं। अब कोविड के पेशेंट्स में ये चीज़ें होंगी, किंतु अगर हम ये यूज़ करेंगे हमारी डिजीज़ बढ़ेगी। अच्छा। कारण है कि जब भी फंगल स्पोर्स आपके नेजल कैविटी में आएंगे तो वहाँ पे स्क्रीशंस की जगह एक्सोडेशन होगी, नेक्रोटिक मटेरियल पड़ा होगा। जैसे ही हम नेजल डिकंजेस्टेंट यूज करेंगे तो ब्लड सप्लाई और कम होगी। अगर ब्लड सप्लाई कम होगी तो नेक्रोटिक टिश्यू बढ़ेंगे। सबसे अच्छा तरीका है कि नॉर्मल सलाइन, आधा ग्लास पानी लो, उदे एक चुटकी नमक दी पाओ और उदे ड्रॉप्स यूज करो, विच कैन बी यूज एज ए नॉर्मल ड्रॉप। आप जलनेती सीखो, जलनेती हमारी परंपरा है हिंदुस्तान के अंदर। उससे क्या होगा, जलनेती कैसे हेल्प करेगी, हम एक इरिगेशन ऑफ नोज कर रहे हैं, जो क्रस्टिंग होगी वो साफ हो जाएगी ताकि रिबाउंड फिनोमिना ना हो, ਜੋ ਘਰ पे किया जा सकता है। ਤੁਸੀਂ ਦੱਸ ਸਕਦੇ ਹੋ ਜਲ ਨੀਤੀ ਬਾਰੇ ਡੀਟੇਲ ਦੇ ਵਿੱਚ, ਕਿਉਂਕਿ ਆਫ ਕੋਰਸ ਜੋ ਸਾਡੇ ਵੱਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਤਾਂ ਪਤਾ ਹੋਏਗਾ, ਲੇਕਿਨ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹਨਾਂ ਲਈ ਕੀ ਐਗਜ਼ੈਕਟਲੀ ਇਹਨੂੰ ਕਿੱਦਾਂ ਕੀਤਾ ਜਾ ਸਕਦਾ ਹੈ ਘਰ ਦੇ ਵਿੱਚ, ਔਰ ਕੀ ਇਹ ਔਖੀ ਹੈ ਸੌਖੀ ਹੈ, ਕਿਸ ਤਰੀਕੇ ਨਾਲ ਕਰ सकते हैं। देखिए, जो कस्टमाइज्ड वे है कि उसमें वो इरिगेट करने का तरीका है कि एक साइड से पानी डालना है, दूसरी साइड से निकालना है, या सूत्र नीति करनी है। हम इनको कहते हैं कि सूत्र नीति नहीं करनी, क्योंकि उससे भी इंजरी होगी। अगर आपको जल नीति नहीं आती, सिंपल सलाइन इन द नोज, आप इरिगेट करो नोज को। आइडिया है कि आपके एक्सुडेशन नेक्रोटिक मटेरियल ना हो, अगर नहीं होगा तो स्प्रेड नहीं होगी। ਓਕੇ, ਠੀਕ ਹੈ। ਔਰ ਕੀ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਾਰਨ ਹੈ ਉਹ ਸਟ੍ਰੈਸ ਐਂਗਜ਼ਾਇਟੀ ਨਾਲ ਜੁੜਿਆ ਹੋਇਆ ਕਿਤੇ ਨਾ ਕਿਤੇ, ਬਿਕਾਜ਼ ਜਦੋਂ ਪਤਾ ਚੱਲਦਾ ਹੈ ਕਿ ਕੋਵਿਡ ਪੇਸ਼ੈਂਟ ਪੋਜ਼ਿਟਿਵ ਹੋ ਗਿਆ, ਉਹਦੇ ਨਾਲ ਸਟ੍ਰੈਸ ਵੱਧਦਾ, ਐਂਗਜ਼ਾਇਟੀ ਵੱਧਦੀ ਹੈ, ਫੈਕਟਰਸ ਤਾਂ ਆਫ ਕੋਰਸ ਹੈ ਹੀ ਜੋ ਤੁਸੀਂ ਗਿਣਾਏ ਹੈਗੇ ਨੇ। ਸੋ ਸਟ੍ਰੈਸ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਬਹੁਤ ਮੇਜਰ ਰੋਲ ਪਲੇ ਕਰ ਰਿਹਾ ਸਾਰੀਆਂ ਡਿਜ਼ੀਜ਼ਸ ਨੂੰ ਹੋਰ ਵਧਾਉਣ ਦੇ ਵਿੱਚ। नहीं, आप बिल्कुल ठीक कह रहे हो। स्ट्रेस सबसे एक फंडामेंटल रीजन है। स्ट्रेस के दो कारण हैं। एक सबसे बड़ा कारण है कि मैंने अपने नेबर में, अपने रिलेशंस में कैजुअलिटीज देखी हैं, स्ट्रेस हो गई होगा। दूसरा एक हमें फियर है कि मुझे ब्लैक फंगस या म्यूकर हो गया, मेरी आंख जाएगी, मेरी आंख निकाली जाएगी, मेरी स्किन खराब हो जाएगी, मैं डेथ हो सकती है। मैं उसी लिए कह रहा हूँ, अगर प्रॉम्प्ट डायग्नोसिस हो, एक सिंपल एग्जामिनेशन अच्छा हो, हम ये सारी कॉम्प्लिकेशन सिग्निफिकेंटली रिड्यूस कर सकते हैं। ਠੀਕ ਹੈ। ਸੋ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਜੋ ਇੱਕ ਮੈਸੇਜ ਦੇਣਾ ਚਾਹ ਰਹੇ ਹੈਗੇ ਹੋ, ਚਾਹੇ ਉਹ ਕੋਵਿਡ ਕਰੋਨਾ ਪੇਸ਼ੈਂਟ ਹੋਣ ਜਾਂ ਬਲੈਕ ਫੰਗਸ ਨਾਲ ਜਿਹੜੇ ਹੁਣੇ ਜੂਝ ਰਹੇ ਹੈਗੇ ਨੇ, ਕੀ ਮੈਸੇਜ ਦੇਣਾ ਚਾਹ ਰਹੇ ਹੈਗੇ ਹੋ ਲੋਕਾਂ ਨੂੰ, ਤਾਂ ਕਿ ਉਹ ਘਰ ਬੈਠ ਕੇ ਜਾਂ ਹਸਪੀਟਲਾਈਜ਼ਡ ਵੀ ਹੈਗੇ ਨੇ, ਸੋ ਉਹਨਾਂ ਨੂੰ ਇਹ ਨਾ ਲੱਗੇ ਕਿ ਇਹ ਬਹੁਤ ਜਾਨਲੇਵਾ ਹੈਗੀ ਹੈ, ਟਰੀਟ ਕੀਤਾ ਜਾ ਸਕਦਾ ਹੈ। सब तो इम्पोर्टेंट हैगा जी, हैंड हाइजीन बहुत ज़रूरी है। अपना हैंड हाइजीन करो, मास्क पहनो और अपना मॉरल अप रखो। अगर कोविड भी हुआ है और आपकी विल पावर स्ट्रांग है, आप बाहर निकलोगे ही निकलोगे। आधी चीज़ें तो विल पावर से ठीक हो जाती हैं। जहाँ तक म्यूकरमाइकोसिस की बात है, मैं बहुत क्लियर कहना चाहता हूँ, अगर डायग्नोसिस जल्दी हो जाए, ना तो आँख जाएगी ना जान जाएगी। आपको सिर्फ ये है कि अगर आपके सिम्टम हैं, आपको किसी डॉक्टर को कंसल्ट करें। आप उनको करें कि नेजल एंडोस्कोपी करके देख लें क्या है,
सिंपल सिंपल 2 टेस्ट होते हैं जिससे डायग्नोज हो जाएगी। अर्ली ट्रीटमेंट लें, अर्ली ट्रीटमेंट, उससे आप ठीक हो जाएंगे, घबराने ਦੀ ਲੋੜ ਨਹੀਂ ਹੈ। तो बिल्कुल बहुत बहुत शुक्रिया डॉक्टर साहब। तो बिल्कुल ਤੁਹਾਨੂੰ ਡੀਟੇਲ ਦੇ ਵਿੱਚ ਆਪਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਐਕਸਪਰਟਸ ਰਾਹੀਂ ਕਿ ਕਿਸ ਤਰੀਕੇ ਦੇ ਨਾਲ ਜੇਕਰ ਕੋਈ ਬਿਮਾਰੀਆਂ ਹੋ ਵੀ ਰਹੀਆਂ ਹੈਗੇ ਨੇ, ਕੋਵਿਡ ਤਾਂ ਹੋ ਹੀ ਰਿਹਾ ਲੇਕਿਨ ਹੋਰ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਉਸ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈਗੀ ਔਰ ਸੈਲਫ ਮੈਡੀਕੇਸ਼ਨ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਕਿਉਂਕਿ ਜਦੋਂ ਘਰ ਬੈਠ ਕੇ ਸੈਲਫ ਮੈਡੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਚੀਜ਼ਾਂ ਹੋਰ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸੇ ਕਾਰਨ ਅਗਰ ਕੋਈ ਵੀ ਕੰਪਲਿਕੇਸ਼ਨ ਆਉਂਦੀ ਹੈ, ਕੋਈ ਵੀ ਦਿੱਕਤ ਆਉਂਦੀ ਹੈ, ਸਭ ਤੋਂ ਪਹਿਲੀ ਚੀਜ਼ ਤੁਸੀਂ ਡਾਕਟਰ ਕੋਲ ਜਾਓ ਔਰ ਜਲਦੀ ਤੋਂ ਜਲਦੀ ਆਪਣਾ ਡਾਇਗਨੋਸਿਸ ਕਰਾਓ ਤਾਂ ਕਿ ਤੁਹਾਡੀ ਜਾਨ ਜਿਹੜੀ ਹੈਗੀ ਉਹ ਵੀ ਬਚੀ ਰਵੇ ਔਰ ਤੁਹਾਡੀ ਜਿਹੜੀ ਮੈਂਟਲ ਹੈਲਥ ਹੈਗੀ ਹੈ ਉਹ ਵੀ ਬਚੀ ਰਵੇ। ਬਾਕੀ ਅਜਿਹੇ ਹੋਰ ਇੰਟਰਵਿਊਜ਼ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤਾਂ ਜੋ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲ ਸਕੇ ਔਰ ਤੁਸੀਂ ਕਿਸੇ ਭਰਮ ਦੇ ਵਿੱਚ ਨਾ ਰਹੋ। ਬਹੁਤ ਬਹੁਤ ਸ਼ੁਕਰੀਆ।